जय गुरु जी। शुकराना गुरु जी तो आग्या लैके संपूर्ण शिव महापुराण पंजाबी विच पहला खंड 8वां अध्याय। ब्रह्मा जी ने कहा, हे नारद, मेरे ते विष्णु द्वारा की गई प्रार्थना नूं सुन के भगवान सदाशिव ने मुस्कुराते हुए इस तरह कहा, हे ब्रह्मा ਅਤੇ हे विष्णु, ਤੁਸੀਂ ਸਾਡੀ ਮਾਇਆ ਦੇ ਮੋਹ ਵਿੱਚ ਪੈ ਕੇ ਲਗਾਤਾਰ ਆਪਸ ਵਿੱਚ ਯੁੱਧ ਕੀਤਾ ਅਤੇ ਅੰਤ ਵਿੱਚ ਤੁਹਾਡੇ ਦੋਵਾਂ ਵਿੱਚੋਂ ਕੋਈ ਵੀ ਨਾ ਪਛਾਣ ਸਕਿਆ। ਹੁਣ ਤੁਹਾਡੇ ਲਈ ਇਹੀ ਸਹੀ ਹੈ ਕਿ ਆਪਸੀ ਵਿਰੋਧ ਭਾਵ ਨੂੰ ਤਿਆਗ ਕੇ ਤੁਸੀਂ ਦੋਵੇਂ ਹੀ ਹੰਕਾਰ ਨੂੰ ਨਸ਼ਟ ਕਰ ਦਿਓ ਅਤੇ ਉਹ ਕੰਮ ਕਰੋ ਜਿਸ ਦੀ ਅਸੀਂ ਤੁਹਾਨੂੰ ਆਗਿਆ ਦਿੰਦੇ ਹਾਂ। हे ਨਾਰਦ, ਇੰਨਾ ਕਹਿ ਕੇ ਭਗਵਾਨ ਸਦਾ ਸ਼ਿਵ ਨੇ ਸਾਹ ਦੇ ਮਾਰਗ ਦੁਆਰਾ ਮੈਨੂੰ ਪੂਰੇ ਵੇਦ ਪੜ੍ਹਾ ਦਿੱਤੇ। ਉਸ ਦੇ ਬਾਅਦ ਉਹ 5 ਮੰਤਰ ਵੀ ਦੱਸੇ ਜਿਨ੍ਹਾਂ ਵਿੱਚ ਸੰਪੂਰਨ ਸਿੱਖਿਆਵਾਂ ਅੰਤਰਨਿਹਿਤ ਹਨ। ਉਹਨਾਂ ਨੇ ਸਭ ਤੋਂ ਪਹਿਲਾਂ ਪ੍ਰਣਵ ਦੀ ਸਿੱਖਿਆ ਦਿੱਤੀ ਜਿਸ ਦੇ ਅੱਖਰ ਵੇਦ ਅਖਵਾਉਂਦੇ ਹਨ। ਸ਼ਿਵ ਜੀ ਦਾ ਸਭ ਤੋਂ ਪਹਿਲਾ ਵਾਕ ਉਹੀ ਹੈ। ਉਸ ਦੇ ਬਾਅਦ ਉਹਨਾਂ ਨੇ 24 ਅੱਖਰਾਂ ਤੋਂ ਬਣੇ ਵੇਦਾਂ ਦੀ ਮਾਤਾ ਗਾਇਤਰੀ ਦਾ ਉਪਦੇਸ਼ ਦਿੱਤਾ। ਫਿਰ ਮਹਾਮ੍ਰਿਤਿੰਜੇ ਮੰਤਰ ਦੀ ਸਿੱਖਿਆ ਦੇਣ ਦੇ ਬਾਅਦ ਉਸ ਚਿੰਤਾਮਣੀ ਮੰਤਰ ਨੂੰ ਸਿਖਾਇਆ ਜੋ ਭਗਤਾਂ ਨੂੰ ਮਹਾਨ ਸੁਖ ਦਿੰਦਾ ਹੈ। ਉਸ ਵੇਦ ਅਤੇ ਮੰਤਰਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ। ਉਸ ਵੇਲੇ ਮੈਂ ਅਤੇ ਵਿਸ਼ਨੂੰ ਜੀ ਭਗਤੀ ਭਰੀ ਨਜ਼ਰ ਨਾਲ ਉਸ ਮਹੇਸ਼ਵਰ ਭਗਵਾਨ ਵੱਲ ਦੇਖਣ ਲੱਗੇ ਅਤੇ ਦਰਸ਼ਨ ਦੇ ਉਸ ਆਨੰਦ ਵਿੱਚ ਪੂਰੀ ਤਰ੍ਹਾਂ ਲੀਨ ਹੋ ਗਏ। ਉਹਨਾਂ ਪਰਮਾਤਮਾ ਦੇ ਦਰਸ਼ਨ ਨਾਲ ਸਾਨੂੰ ਜੋ ਸੁਖ ਪ੍ਰਾਪਤ ਹੋਇਆ ਉਸ ਦਾ ਵਰਣਨ ਕਿਸੇ ਵੀ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਸਾਡੇ ਇਸ ਪਿਆਰ ਨੂੰ ਦੇਖ ਕੇ ਭਗਵਾਨ ਮਹੇਸ਼ਵਰ ਨੂੰ ਵੀ ਬਹੁਤ ਖੁਸ਼ੀ ਹੋਈ। ਤਦ ਉਹਨਾਂ ਨੇ ਮੈਨੂੰ ਕਿਹਾ, हे ਬ੍ਰਹਮਾ, ਤੁਸੀਂ ਧੰਨ ਹੋ ਜੋ ਤੁਹਾਨੂੰ ਮੇਰੀ ਕਿਰਪਾ ਨਾਲ ਪੂਰੇ ਸੰਸਾਰ ਦਾ ਸੁਆਮੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੁਣ ਤੁਸੀਂ ਮੇਰੀ ਆਗਿਆ ਲੈ ਕੇ ਸ੍ਰਿਸ਼ਟੀ 'ਤੇ ਰਾਜ ਕਰੋ। ਮੈਨੂੰ ਇਹ ਕਹਿ ਕੇ ਫਿਰ ਉਹ ਵਿਸ਼ਨੂੰ ਵੱਲ ਵੇਖਦੇ ਹੋਏ ਕਹਿਣ ਲੱਗੇ, हे ਵਿਸ਼ਨੂੰ, ਤੁਸੀਂ ਸੰਸਾਰ ਨੂੰ ਚਲਾਉਣ ਦੇ ਅਧਿਕਾਰੀ ਹੋ। ਤੁਸੀਂ ਮੈਨੂੰ ਵੇਦ ਦਾ ਸਵਰੂਪ ਮੰਨੋ ਅਤੇ ਵੇਦ ਵਿੱਚ ਜੋ ਕੁਝ ਲਿਖਿਆ ਹੈ ਉਸਨੂੰ ਸਾਡੀ ਆਗਿਆ ਮੰਨ ਲਓ। हे ਨਾਰਦ, ਭਗਵਾਨ ਤ੍ਰਿਸ਼ੂਲ ਪਾਣੀ ਦੀ ਆਗਿਆ ਸੁਣ ਕੇ ਅਸੀਂ ਦੋਵਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ, हे ਪ੍ਰਭੂ, ਅਸੀਂ ਤੁਹਾਡੀ ਆਗਿਆ ਮੰਨ ਲਈ ਹੈ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਆਪ ਵੀ ਕੋਈ ਅਵਤਾਰ ਗ੍ਰਹਿਣ ਕਰਕੇ ਸਾਡੀ ਮਦਦ ਕਰਦੇ ਰਹੋ। ਤਿੰਨਾਂ ਲੋਕਾਂ ਨੂੰ ਪਾਲਣ ਦੇ ਬਾਅਦ ਅੰਤ ਅਰਥਾਤ ਪਰਲੇ ਦਾ ਅਧਿਕਾਰ ਤੁਸੀਂ ਆਪਣੇ ਕੋਲ ਰੱਖੋ। ਸਾਡਾ ਇਹੀ ਉਪਦੇਸ਼ ਹੈ। ਨਾ ਕਹਿ ਕੇ ਅਸੀਂ ਦੋਵੇਂ ਚੁੱਪ ਹੋ ਗਏ। ਉਸ ਤੋਂ ਬਾਅਦ ਉਹਨਾਂ ਦੀ ਚੁੱਪੀ ਪਾ ਕੇ ਅਸੀਂ ਕਿਹਾ, हे ਪ੍ਰਭੂ, ਹੁਣ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਅਸੀਂ ਕਿਸ ਰੀਤੀ ਦੇ ਅਨੁਸਾਰ ਤੁਹਾਡੀ ਪੂਜਾ ਕਰੀਏ। ਇਹ ਸੁਣ ਕੇ ਭਗਵਾਨ ਭੂਤ ਪਾਵਨ ਨੇ ਉੱਤਰ ਦਿੱਤਾ, हे ਬ੍ਰਹਮਾ ਅਤੇ ਵਿਸ਼ਨੂੰ, ਸਾਨੂੰ ਦੁਨੀਆ ਵਿੱਚ ਤੁਹਾਡੇ ਤੋਂ ਜ਼ਿਆਦਾ ਪਿਆਰਾ ਹੋਰ ਕੋਈ ਨਹੀਂ ਹੋਏਗਾ। ਹੁਣ ਤੁਸੀਂ ਦੋਵੇਂ ਪੂਰੀ ਚਿੰਤਾ ਅਤੇ ਸ਼ੋਕ ਨੂੰ ਤਿਆਗ ਕੇ ਸੁੱਖ ਨਾਲ ਆਪਣਾ ਕਰਮ ਕਰੋ ਅਤੇ ਉਸ ਕਰਮ ਦੁਆਰਾ ਬਾਕੀ ਲੋਕਾਂ ਨੂੰ ਵੀ ਸੁੱਖ ਦਿਓ। ਅਸੀਂ ਤੁਹਾਨੂੰ ਕੁਝ ਦੇਰ ਪਹਿਲਾਂ ਜੋ ਆਪਣਾ ਲਿੰਗ ਸਰੂਪ ਦਿਖਾਇਆ ਸੀ ਉਸ ਦੀ ਪੂਜਾ ਕਰਨਾ ਬਹੁਤ ਯੋਗ ਹੈ। ਉਸ ਦੀ ਪੂਜਾ ਨਾਲ ਸੁੱਖ ਦੀ ਪ੍ਰਾਪਤੀ ਹੋਵੇਗੀ। ਉਸ ਲਿੰਗ ਦੀ ਹੋਂਦ ਦਾ ਭੇਦ ਇਹ ਹੈ ਕਿ ਸਾਰਾ ਸੰਸਾਰ ਜਿਸ ਖੇਤਰ ਵਿੱਚ ਲੀਨ ਹੋਇਆ ਹੈ ਉਸੇ ਨੂੰ ਲਿੰਗ ਆਖਦੇ ਹਨ। ਸੋ ਅਜਿਹੇ ਲਿੰਗ ਦੀ ਪੂਜਾ ਅਨੰਤ ਹੈ। ਤੁਸੀਂ ਜੋ ਸਾਡੇ ਤੋਂ ਅਵਤਾਰ ਲੈਣ ਦੀ ਬੇਨਤੀ ਕੀਤੀ ਹੈ ਉਸ ਦੇ ਸੰਬੰਧ ਵਿੱਚ ਇਹ ਜਾਣ ਲਓ ਕਿ ਸਮਾਂ ਆਉਣ 'ਤੇ ਅਸੀਂ ਆਪਣੇ ਆਪ ਹੀ ਪ੍ਰਗਟ ਹੋ ਕੇ ਆਵਾਂਗੇ। ਸਾਡੇ ਉਸ ਅਵਤਾਰ ਦਾ ਨਾਂ ਰੁਦਰ ਹੋਵੇਗਾ। ਅਸੀਂ ਚਾਰੇ ਅਰਥਾਤ ਬ੍ਰਹਮਾ, ਵਿਸ਼ਨੂੰ, ਸ਼ਿਵ ਅਤੇ ਸ਼ਕਤੀ ਇੱਕ ਹੀ ਸਰੂਪ ਹਾਂ। ਜੋ ਵਿਅਕਤੀ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਅੰਤਰ ਸਮਝੇਗਾ ਉਸਨੂੰ ਬਹੁਤ ਦੁੱਖ ਭੋਗਣਾ ਪਵੇਗਾ। ਇੰਨਾ ਕਹਿ ਕੇ ਭਗਵਾਨ ਸਦਾ ਸ਼ਿਵ ਨੇ ਇਹ ਬਹੁਤ ਹੀ ਗੁਪਤ ਭੇਦ ਨੂੰ ਪ੍ਰਗਟ
ਪ੍ਰਗਟ ਕਰਦੇ ਹੋਏ ਮੈਨੂੰ ਕਿਹਾ, ਇਹ ਭੇਦ ਵੇਦ ਵਿੱਚ ਹੀ ਜ਼ਿਆਦਾ ਗੁਪਤ ਹੈ, ਅਰਥਾਤ ਅਸੀਂ ਸਗੁਣ ਰੂਪ ਵਿੱਚ ਸ਼ਿਵ ਅਤੇ ਸ਼ਕਤੀ ਦੋ ਨਾਵਾਂ ਨਾਲ ਪ੍ਰਗਟ ਹੁੰਦੇ ਹਾਂ ਅਤੇ ਤਿੰਨੇ ਗੁਣਾਂ ਦੁਆਰਾ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨਾਂ ਦੇ ਦੇਵਤਿਆਂ ਦੇ ਰੂਪ ਵਿੱਚ ਵੱਖ-ਵੱਖ ਪ੍ਰਗਟ ਹੁੰਦੇ ਹਾਂ। ਕਿਸੇ ਭਾਗ ਵਿੱਚ ਪਹਿਲੇ ਵਿਸ਼ਨੂੰ, ਫਿਰ ਬ੍ਰਹਮਾ ਅਤੇ ਉਸ ਤੋਂ ਬਾਅਦ ਰੁਦਰ ਦਾ ਜ਼ਿਕਰ ਹੁੰਦਾ ਹੈ, ਤਾਂ ਕਿਸੇ ਭਾਗ ਵਿੱਚ ਪਹਿਲੇ ਸ਼ਿਵ, ਫਿਰ ਵਿਸ਼ਨੂੰ ਅਤੇ ਉਸ ਤੋਂ ਬਾਅਦ ਬ੍ਰਹਮਾ ਦੀ ਹੋਂਦ ਹੁੰਦੀ ਹੈ। ਇਸ ਤਰ੍ਹਾਂ ਤੁਸੀਂ ਦੋਵੇਂ ਸ਼ਕਤੀ ਦੇ ਚਿੰਨ੍ਹ ਨਾਲ ਰਜੋਗੁਣ ਅਤੇ ਸਤੋਗੁਣ ਨੂੰ ਗ੍ਰਹਿਣ ਕਰਦੇ ਹੋ। ਹਰ ਅਰਥਾਤ ਮਹਾਦੇਵ ਸਾਡੇ ਹੀ ਅੰਸ਼ ਤੋਂ ਉਪਜੇ ਹਨ ਅਤੇ ਸਾਡੇ ਹੀ ਤਮੋਗੁਣੀ ਸਰੂਪ ਹਨ। ਉਹਨਾਂ ਦੇ ਅਧੀਨ ਜਲਜਲਾ ਕੰਮ ਰਹਿੰਦਾ ਹੈ। ਸੋ ਜਿਸ ਤਰ੍ਹਾਂ ਅਸੀਂ ਤਮੋਗੁਣੀ ਰੁਦਰ ਦਾ ਸਰੂਪ ਧਾਰਨ ਕਰਕੇ ਪ੍ਰਗਟ ਹੋਵਾਂਗੇ, ਉਹ ਸਭ ਅਸੀਂ ਤੁਹਾਨੂੰ ਦੱਸ ਦਿੱਤਾ ਹੈ। ਤੁਸੀਂ ਦੋਵੇਂ ਸ਼ਿਆਮ ਅਤੇ ਲਾਲ ਵਰਨ ਦਾ ਸਰੂਪ ਧਾਰਿਆ ਹੈ, ਸੋ ਅਸੀਂ ਸਵੇਤ ਰੂਪ ਧਾਰਨ ਕਰਾਂਗੇ। ਤੁਹਾਡੇ ਦੋਵਾਂ ਤੇ ਤਮੋ ਗੁਣਾਂ ਦਾ ਪ੍ਰਭਾਵ ਨਹੀਂ ਹੋਵੇਗਾ, ਪਰ ਸਾਡੇ ਰੁਦਰ ਸਰੂਪ ਦੀ ਇਹ ਹਾਲਤ ਹੋਵੇਗੀ ਕਿ ਉਹ ਤਮੋ ਗੁਣ ਹੋਣ ਤੇ ਵੀ ਦਿਨ ਰਾਤ ਪਵਿੱਤਰ ਜੋਗ ਵਿੱਚ ਲੀਨ ਰਹੇਗਾ। हे ਨਾਰਦ, ਮੈਨੂੰ ਇਹ ਆਗਿਆ ਦੇ ਕੇ ਭਗਵਾਨ ਸਦਾ ਸ਼ਿਵ ਨੇ ਵਿਸ਼ਨੂੰ ਜੀ ਵੱਲ ਦੇਖਦੇ ਹੋਏ ਕਿਹਾ, हे ਵਿਸ਼ਨੂੰ, ਤੁਸੀਂ ਚਾਰੇ ਜੀਵਾਂ ਦੀ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨਾ। ਸਾਡੇ ਸੱਜੇ ਪਾਸਿਓਂ ਬ੍ਰਹਮਾ, ਖੱਬੇ ਪਾਸਿਓਂ ਵਿਸ਼ਨੂੰ ਅਤੇ ਦਿਲ ਵਿੱਚ ਰੁਦਰ ਦੀ ਉਤਪਤੀ ਹੋਏਗੀ। ਸਾਡੀ ਸ਼ਕਤੀ ਜੋ ਉਮਾ ਹੈ, ਉਹ ਵੀ ਦੋ ਅੰਸ਼ਾਂ ਵਿੱਚ ਪ੍ਰਗਟ ਹੋਵੇਗੀ, ਜਿਸ ਨਾਲ ਤੁਸੀਂ ਵੱਖ-ਵੱਖ ਨਹੀਂ ਸਮਝੇ ਜਾਓਗੇ। ਪਹਿਲੇ ਅੰਸ਼ ਤੋਂ ਉਹ ਲਕਸ਼ਮੀ ਸਰੂਪ ਹੋ ਕੇ ਤੈਨੂੰ ਪ੍ਰਾਪਤ ਹੋਣਗੇ ਅਤੇ ਦੂਜੇ ਅੰਸ਼ ਤੋਂ ਸਰਾ ਹੋ ਕੇ ਬ੍ਰਹਮਾ ਨੂੰ ਪ੍ਰਾਪਤ ਹੋਣਗੇ। ਉਹਨਾਂ ਦੇ ਉਮਾ ਸਰੂਪ ਨੂੰ ਹਰ ਮੰਨਣਗੇ। ਉਸ ਵੇਲੇ ਸੰਸਾਰ ਵਿੱਚ ਉਹਨਾਂ ਦਾ ਨਾਂ ਸਤੀ ਪ੍ਰਸਿੱਧ ਹੋਵੇਗਾ। ਇਸ ਤਰ੍ਹਾਂ ਬ੍ਰਹਮਾ, ਵਿਸ਼ਨੂੰ ਅਤੇ ਹਰ, ਇਹ ਤਿੰਨੋਂ ਦੇਵਤੇ ਆਪਣੀਆਂ ਸ਼ਕਤੀਆਂ ਦੇ ਨਾਲ ਰਹਿ ਕੇ ਵੇਦ ਨੂੰ ਪੂਜਣਗੇ। ਸੋ ਤੁਹਾਡੇ ਦੋਵਾਂ ਲਈ ਠੀਕ ਹੈ ਕਿ ਤੁਸੀਂ ਸਾਡੀ ਇਸ ਆਗਿਆ ਨੂੰ ਮੰਨੋ। ਬ੍ਰਹਮਾ ਦਾ ਇੱਕ ਦਿਨ ਕਈ 4 ਯੁੱਗਾਂ ਦਾ ਹੋਏਗਾ। ਇਸ ਤਰ੍ਹਾਂ 100 ਸਾਲ ਦੀ ਉਮਰ ਬ੍ਰਹਮਾ ਦੀ ਹੋਏਗੀ। ਬ੍ਰਹਮਾ ਦੀ ਪੂਰੀ ਉਮਰ ਦਾ ਸਮਾਂ ਵਿਸ਼ਨੂੰ ਦੇ ਅੱਧ ਦਿਨ ਦੇ ਬਰਾਬਰ ਹੋਏਗਾ ਅਤੇ ਵਿਸ਼ਨੂੰ ਦਾ ਪੂਰੀ ਉਮਰ ਦਾ ਸਮਾਂ ਹਰ ਦਾ ਇੱਕ ਦਿਨ ਹੋਵੇਗਾ। ਅਜਿਹਾ ਇੱਕ ਦਿਨ ਬਤੀਤ ਹੋ ਜਾਣ ਤੇ ਸਾਡਾ ਸਭ ਗੁਣਾ ਭਰਿਆ ਸਰੂਪ ਨਿਰਗੁਣ ਹੋ ਕੇ ਜਲਜਲਾ ਕਰਿਆ ਕਰੇਗਾ। ਇੰਨਾ ਕਹਿ ਕੇ ਭਗਵਾਨ ਸਦਾ ਸ਼ਿਵ ਨੇ ਸਾਨੂੰ ਦੋਵਾਂ ਦੇ ਸਿਰ ਤੇ ਆਪਣੇ ਦੋਵੇਂ ਹੱਥ ਰੱਖੇ। ਇਸ ਤਰ੍ਹਾਂ ਉਪਦੇਸ਼ ਤੇ ਸਿੱਖਿਆ ਦੇ ਕੇ ਜਦ ਭਗਵਾਨ ਸ਼ਿਵ ਅਲੋਪ ਹੋ ਗਏ, ਤਦ ਅਸੀਂ ਦੋਵੇਂ ਦੁੱਖ ਨਾਲ ਹੱਥ ਜੋੜ ਕੇ ਸ਼ਿਵ ਸ਼ਿਵ ਆਖਦੇ ਹੋਏ ਜਿਸ ਪਾਸੇ ਉਹ ਗਾਇਬ ਹੋਏ ਸਨ, ਉਸ ਪਾਸੇ ਮੂੰਹ ਕਰਕੇ ਵਾਰ-ਵਾਰ ਉਹਨਾਂ ਨੂੰ ਨਮਸਕਾਰ ਕਰਦੇ ਰਹੇ। ਜੈ ਗੁਰੂ ਜੀ। ਭੁੱਲ ਚੁੱਕ ਮਾਫ ਸੰਗਤ ਜੀ।